ਹੈਲੋ ਦੋਸਤੋ, ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ। ਪੰਜਾਬੀ ਪਾਰਟ 24। ਤਾਂ ਆਪਾਂ ਅੱਜ ਸਿੰਪਲ ਜਿਹਾ ਟੌਪਿਕ ਕਰਨਾ ਹੈ, ਜ਼ਿਆਦਾ ਔਖਾ ਟੌਪਿਕ ਨਹੀਂ ਹੈਗਾ। ਜਿਵੇਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ, ਵਾਕਾਂ ਦੀ ਸ਼੍ਰੇਣੀ ਦੀ ਵੰਡ ਕਰਨੀ ਹੈ ਆਪਾਂ। ਠੀਕ ਹੈ, ਪਾਰਟ 24 ਦੇ ਵਿੱਚ ਕੀ ਹੈ ਆਪਣੇ ਕੋਲ? ਵਾਕਾਂ ਦੀ ਸ਼੍ਰੇਣੀ ਦੀ ਵੰਡ ਹੈ। ਵਾਕਾਂ ਦੀ ਸ਼੍ਰੇਣੀ ਦੀ ਵੰਡ ਕਿਹੜੀ ਹੈ? ਦੋ ਤਰ੍ਹਾਂ ਨਾਲ ਹੋਈ ਹੈ। ਆਪਾਂ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਦੋ ਟੌਪਿਕ ਹੈ, ਦੋ ਸ਼੍ਰੇਣੀਆਂ। ਠੀਕ ਹੈ, ਦੋਵੇਂ ਸ਼੍ਰੇਣੀਆਂ ਦੋ ਵੀਡੀਓ ਦੇ ਵਿੱਚ ਕਰਾਂਗੇ। ਇੱਕ ਸ਼੍ਰੇਣੀ ਅੱਜ ਕਰ ਲਾਂਗੇ ਤਾਂ ਇੱਕ ਆਪਾਂ ਕਰ ਲਾਂਗੇ ਪਰਸੋਂ ਜਾਂ ਕੱਲ੍ਹ। ਪਰਸੋਂ ਮੈਂ ਤਾਂ ਕਿਹਾ ਸੀ ਕਿਉਂਕਿ ਇੱਕ ਆਪਣੀ ਪਿਛਲੀ ਵੀਡੀਓ ਹੈ ਅਤੇ ਇਹ ਵਾਲੀ ਵੀਡੀਓ ਦੇ MCQ ਰਹਿੰਦੇ ਆ, ਉਹ ਸ਼ਾਇਦ ਆਪਾਂ ਕੱਲ੍ਹ ਕਰ ਲਈਏ 30 MCQ। ਜਿਵੇਂ ਤੁਹਾਨੂੰ ਠੀਕ ਲੱਗੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਕੱਲ੍ਹ ਆਪਾਂ ਇਹਦੀ ਦੂਜੀ ਸ਼੍ਰੇਣੀ ਕਰੀਏ ਕਿ MCQ ਕਰੀਏ, ਫਿਰ ਆਪਾਂ ਦੂਜੀ ਸ਼੍ਰੇਣੀ ਕਰੀਏ। ਮੈਨੂੰ ਕਲੀਅਰ ਆਊਟ ਕਰ ਦਿਓ ਇਹ ਚੀਜ਼। ਜਿਵੇਂ ਜਿਹੜੇ ਬੱਚੇ ਜ਼ਿਆਦਾ ਵੋਟ ਕਰਨਗੇ ਆਪਾਂ ਉਹੀ ਚੀਜ਼ ਉਵੇਂ ਹੀ ਕਰ ਲਾਂਗੇ। ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ। ਤਾਂ ਪਿਛਲੀਆਂ ਵੀਡੀਓ ਮਿਸ ਨਾ ਕਰਿਓ, ਮੋਸਟ ਇੰਪੋਰਟੈਂਟ ਹੈ। ਜਿਹੜੇ ਬੱਚਿਆਂ ਨੇ ਦੇਖੀਆਂ ਉਹਨਾਂ ਨੂੰ ਪਤਾ ਹੈ, ਅਤੇ ਜਿਹੜੇ ਬੱਚੇ ਨਵੇਂ ਦੇਖ ਰਹੇ ਆ ਉਹ ਜ਼ਰੂਰ ਦੇਖਣ ਜਾ ਕੇ। ਤਾਂ ਆਪਾਂ ਅੱਜ ਗੱਲ ਕਰਾਂਗੇ ਇਹਦੇ ਵਿੱਚ ਵਾਕ ਦੀਆਂ ਸ਼੍ਰੇਣੀਆਂ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਵਾਕ ਦੀ ਸ਼੍ਰੇਣੀ ਵੰਡ ਕਿੰਨੇ ਤਰ੍ਹਾਂ ਨਾਲ ਹੋਈ ਹੈ? ਦੋ। ਠੀਕ ਹੈ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਧਿਆਨ ਰੱਖਣਾ ਤੁਸੀਂ। ਤਾਂ ਇਹਦੇ ਵਿੱਚ ਕੀ ਹੈ? ਬਣਤਰ ਦੇ ਆਧਾਰ 'ਤੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? 3। ਵਾਕਾਂ ਨੂੰ ਬਣਤਰ ਦੇ ਆਧਾਰ 'ਤੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? 3। ਕਿਹੜੇ ਕਿਹੜੇ? ਸਧਾਰਨ ਵਾਕ, ਸੰਯੁਕਤ ਇੱਥੇ ਜੱਜੇ ਨਾਲ ਵੀ ਅਤੇ ਯਈਏ ਨਾਲ ਵੀ ਮੋਸਟਲੀ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਤੁਹਾਨੂੰ ਠੀਕ ਲੱਗੇ। ਠੀਕ ਹੈ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ 3 ਹੋ ਗਏ ਆਪਣੇ ਕੋਲੇ। ਤਾਂ ਨੈਕਸਟ ਆਪਣੀ ਸ਼੍ਰੇਣੀ ਹੈਗੀ ਹੈ ਵਾਕਾਂ ਦੀ ਕਾਰਜ ਦੇ ਆਧਾਰ 'ਤੇ। ਪਹਿਲਾਂ ਬਣਤਰ ਦੇ ਸ਼੍ਰੇਣੀਆਂ ਸੀ 2, ਬਣਤਰ ਦੇ ਆਧਾਰ 'ਤੇ 3 ਅਤੇ ਕਾਰਜ ਦੇ ਆਧਾਰ 'ਤੇ 4। ਬਸ ਸਿੱਧਾ ਕਹਿ ਲਓ ਕਿ ਰੱਟਾ ਹੀ ਲਾ ਲਓ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ? ਹਾਂ-ਵਾਚਕ ਨਾਂਵ ਵਾਕ, ਨਾ-ਵਾਚਕ ਵਾਕ, ਪ੍ਰਸ਼ਨਵਾਚਕ ਵਾਕ ਅਤੇ ਵਿਸਮੈਵਾਚਕ ਵਾਕ। ਇਹਨਾਂ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਤਾਂ ਬਸ ਇਹ ਨੋਟ ਕਰਕੇ ਰੱਖ ਲਿਓ। ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ, ਡਿਟੇਲ ਦੇ ਵਿੱਚ ਛੋਟੀਆਂ ਛੋਟੀਆਂ ਐਗਜ਼ਾਮਪਲਾਂ ਲੈ ਕੇ, ਤਾਂ ਜੋ ਤੁਹਾਨੂੰ ਸਾਰਾ ਕੰਸੈਪਟ ਹੈ ਜਿਹੜਾ ਉਹ ਕਲੀਅਰ ਹੋ ਜੇ। ਠੀਕ ਹੈ, ਵੈਸੇ ਆਉਂਦਾ ਵੀ ਉਹ ਕਈ ਬੱਚਿਆਂ ਨੂੰ ਕੁਛ ਨਾ ਕੁਛ ਨਵਾਂ ਹੀ ਸਿੱਖਣ ਨੂੰ ਮਿਲੂਗਾ। 10-15 ਮਿੰਟ ਦਾ ਵੱਧ ਤੋਂ ਵੱਧ ਟੌਪਿਕ ਹੋਊਗਾ। ਇਹ ਜ਼ਿਆਦਾ ਲੰਮਾ ਟੌਪਿਕ ਨਹੀਂ ਹੈਗਾ, ਤਾਂ ਕਰਕੇ ਥੋੜ੍ਹਾ ਜਿਹਾ ਸੁਣ ਲਿਓ ਧਿਆਨ ਨਾਲ। ਤਾਂ ਚੱਲਦੇ ਹਾਂ ਆਪਾਂ ਆਨਸਰ ਵੱਲ ਹੁਣ। ਵਾਕਾਂ ਦੀ ਬਣਤਰ ਦੇ ਆਧਾਰ 'ਤੇ ਵੰਡ ਕਿੰਨੀ ਹੈ? 3। ਮੈਂ ਦੁਬਾਰਾ ਫਿਰ ਰਿਪੀਟ ਕਰਾ ਰਿਹਾ ਤੁਹਾਨੂੰ। ਤਾਂ ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਫਸਟ, ਸਧਾਰਨ ਵਾਕ। ਪੰਜਾਬੀ ਭਾਸ਼ਾ ਦਾ ਸਧਾਰਨ ਵਾਕ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਰਾਹੀਂ ਹੋਂਦ ਵਿੱਚ ਆਉਂਦਾ। ਜੇ ਪੁੱਛਿਆ ਜਾਵੇ ਕਿ ਜਿਹੜਾ ਸਧਾਰਨ ਵਾਕ ਕਾਹਦੇ ਨਾਲ ਹੋਂਦ ਵਿੱਚ ਆਉਂਦਾ ਹੈ, ਤਾਂ ਉਹਦਾ ਆਨਸਰ ਆਊਗਾ ਆਪਣੇ ਕੋਲ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼। ਜਾਂ ਪੁੱਛਿਆ ਜਾਵੇ ਕਿ ਕਿਹੜੇ ਵਾਕਾਂਸ਼ ਰਾਹੀਂ ਹੋਂਦ ਵਿੱਚ ਆਉਂਦਾ, ਉੱਥੇ ਆਨਸਰ ਲਿਖਿਆ ਹੋਊ ਨਾਂਵ, ਕਿਰਿਆ, ਤਾਂ ਦੋਵੇਂ। ਤਾਂ ਆਨਸਰ ਆਪਣਾ ਕੀ ਆਊਗਾ? ਦੋਵੇਂ। ਇਹ ਪੁੱਛਿਆ ਜਾਊਗਾ ਕੁਐਸਚਨ। ਠੀਕ ਹੈ, ਤਾਂ ਹੀ ਮੈਂ ਤੁਹਾਨੂੰ ਦੋਵੇਂ ਜਾਂ ਤੀਜੇ ਜਿੰਨੇ ਵੀ ਬੰਦੇ ਆ ਉਸ ਹਿਸਾਬ ਨਾਲ ਮੋਲਡ ਕਰਕੇ ਦੱਸ ਦਿੰਦਾ। ਅਤੇ ਬਾਕੀ ਆਪਾਂ ਅੱਗੋਂ ਹੋਰ ਜਦੋਂ MCQ ਬਣਾਏ ਤਾਂ ਹੋਰ ਵੀ ਮੋਲਡ ਕਰਕੇ ਲਿਖਾਂਗੇ, ਤਾਂ ਕਿ ਥੋੜ੍ਹਾ ਜਿਹਾ ਕਨਫਿਊਜ਼ਿੰਗ ਨਾਲ ਅਤੇ ਵਧੀਆ ਵੇ ਨਾਲ ਤੁਸੀਂ ਸਿੱਖ ਸਕੋ। ਇਹ ਦੋਵੇਂ ਵਾਕ ਦੇ ਲਾਜ਼ਮੀ ਤੱਤ ਹਨ। ਜੇ ਪੁੱਛਿਆ ਜਾਵੇ ਕਿ ਸਧਾਰਨ ਵਾਕ ਦੇ ਲਾਜ਼ਮੀ ਤੱਤ ਕਿੰਨੇ ਆ? 2। ਠੀਕ ਹੈ, ਮੇਨ ਜਿਹੜੇ ਲਾਜ਼ਮੀ ਕਹਿ ਦਿੰਦੇ ਆਪਾਂ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਆ? ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼। ਕਲੀਅਰ ਹੋ ਰਿਹਾ ਸਾਰੇ ਬੱਚਿਆਂ ਨੂੰ? ਨੈਕਸਟ ਇਹਦੇ ਵਿੱਚ ਇਹਨਾਂ ਦੋਵਾਂ ਦੇ ਜਿਹੜਾ ਬਿਨਾਂ ਉਹ ਅਧੂਰਾ ਵਾਕ। ਠੀਕ ਹੈ, ਇਸ ਤੋਂ ਇਲਾਵਾ ਹੋਰ ਵਾਕਾਂਸ਼ ਜੋੜ ਕੇ ਸਧਾਰਨ ਵਾਕ ਦਾ ਵਿਸਥਾਰ ਕਰਦੇ ਆ। ਲਾਜ਼ਮੀ ਪੁੱਛਿਆ ਜਾਵੇ ਤਾਂ ਇਹ ਦੋਨੋਂ ਹੈ, ਪਰ ਜਦੋਂ ਹੋਰ ਇਹਦੇ ਵਿੱਚ ਜੁੜ ਜਾਂਦੇ ਆ, ਠੀਕ ਹੈ, ਉਦੋਂ ਕੀ ਹੁੰਦਾ ਇਹਦਾ? ਵਿਸਥਾਰ। ਜੇ ਪੁੱਛਿਆ ਜਾਵੇ ਕਿ ਦੋਵਾਂ ਤੋਂ ਇਲਾਵਾ ਜਦੋਂ ਸਧਾਰਨ ਵਾਕ ਦੇ ਵਿੱਚ ਵਾਕਾਂਸ਼ ਜੋੜੇ ਜਾਂਦੇ ਆ ਤਾਂ ਵਾਕ ਵਿੱਚ ਕੀ ਅਸਰ ਹੁੰਦਾ? ਤਾਂ ਉਹਦਾ ਵਿਸਥਾਰ ਹੁੰਦਾ। ਠੀਕ ਹੈ, ਦੇਖੋ ਕਿਵੇਂ ਕਿੰਨੀ ਡਿਟੇਲ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਤਾਂ ਹੁਣ ਅੱਗੇ ਚੱਲਦੇ ਆਪਾਂ। ਇਸ ਵਿੱਚ ਇੱਕ ਹੀ ਕਿਰਿਆ ਜਾਂ ਕਿਰਿਆ ਵਾਕਾਂਸ਼ ਹੁੰਦਾ। ਇਸ ਵਿੱਚ ਇੱਕ ਉਦੇਸ਼ ਅਤੇ ਇੱਕ ਵਿਧੇ ਹੁੰਦਾ। ਇਹਦੇ ਵਿੱਚ ਕੀ ਹੈ? ਇਸ ਵਿੱਚ ਇੱਕ ਹੀ ਕਿਰਿਆ ਜਾਂ ਕਿਰਿਆ ਵਾਕਾਂਸ਼ ਹੋਊਗਾ। ਠੀਕ ਹੈ, ਕਿ ਮਤਲਬ ਕਿਰਿਆ ਇੱਕ ਹੋਊਗੀ ਇਹਦੇ ਵਿੱਚ, ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ। ਠੀਕ ਹੈ, ਕਿਰਿਆ ਇੱਕ ਹੋਊਗੀ। ਤਾਂ ਇਹਦੇ ਵਿੱਚ ਕੀ ਹੈ? ਇੱਕ ਉਦੇਸ਼ ਹੁੰਦਾ ਅਤੇ ਇੱਕ ਵਿਧੇ ਹੁੰਦਾ, ਦੋਵੇਂ ਕੰਮ ਕਰਦੇ ਇਕੱਠੇ। ਨੈਕਸਟ ਹੈ ਐਗਜ਼ਾਮਪਲ ਇਹਦੀ, ਮੁੰਡਾ ਰੋ ਰਿਹਾ। ਨਾਂਵ ਕਿਹੜਾ ਆਪਣੇ ਕੋਲ? ਮੁੰਡਾ। ਠੀਕ ਹੈ, ਰੋ ਰਿਹਾ ਆਪਣੇ ਕੋਲ ਕੀ ਹੈ? ਕਿਰਿਆ। ਅਤੇ ਜਿਹੜਾ ਹੈ ਉਹ ਆਪਣੇ ਕੋਲ ਕੀ ਦੱਸ ਰਿਹਾ? ਕਾਲ ਦਾ ਬੋਧ ਕਰਵਾ ਰਿਹਾ। ਦੇਖੋ ਇੱਕ ਇੱਕ ਚੀਜ਼ ਤੁਹਾਨੂੰ ਮੈਂ ਦੱਸ ਰਿਹਾ, ਤਾਂ ਕਿਸੇ ਬੱਚੇ ਨੂੰ ਕੋਈ ਕਨਫਿਊਜ਼ ਨਹੀਂ ਹੋਣਾ ਚਾਹੀਦਾ। ਸੈਕਿੰਡ ਹੈ, ਬੱਚੇ ਪਤੰਗ ਉਡਾ ਰਹੇ ਆ। ਬੱਚੇ ਵੀ ਨਾਮ ਹੈ, ਪਤੰਗ ਵੀ ਆਪਣੇ ਕੋਲ ਨਾਮ ਆ ਗਿਆ ਕਿਸੇ ਚੀਜ਼ ਦਾ, ਉਡਾ ਰਹੇ ਆਪਣੇ ਕੋਲ ਕਿਰਿਆ ਆ ਗਈ ਹਨ, ਆਪਣੇ ਕੋਲ ਕਾਲ ਬੋਧ ਆ ਗਿਆ। ਕਿਰਿਆ ਆਪਣੇ ਕੋਲ ਕਿਰਿਆ ਵਾਕਾਂਸ਼ ਜਾਂ ਕਿਰਿਆ ਇੱਕ ਹੁੰਦੀ ਹੈ ਸਧਾਰਨ ਵਾਕ ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਨੋਟ ਕਰਦੇ ਰਹਿਣਾ ਤੁਸੀਂ। ਨੈਕਸਟ ਹੈ, ਉਪਰੋਕਤ ਵਾਕ ਸਧਾਰਨ ਵਾਕਾਂ ਵਜੋਂ ਵਿਚਰ ਰਹੇ ਹਨ। ਜਿਹੜੇ ਉਪਰੋਕਤ ਵਾਕ ਆਪਾਂ ਗੱਲ ਕਰ ਰਹੇ ਹਾਂ, ਇਹ ਸਧਾਰਨ ਵਾਕਾਂ ਵਜੋਂ ਵਿਚਰ ਰਹੇ ਆ। ਠੀਕ ਹੈ, ਇਹਨਾਂ ਵਿੱਚ ਨਾ ਤਾਂ ਕੋਈ ਦੂਜਾ ਯੋਜਕ ਲਾਇਆ ਗਿਆ, ਅਧੀਨ ਯੋਜਕ ਹੋ ਗਿਆ, ਜਾਂ ਕੋਈ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਮਾਨ ਯੋਜਕ ਹੋ ਗਿਆ। ਆਪਾਂ ਅੱਗੇ ਗੱਲ ਕਰਦੇ ਹਾਂ। ਪਹਿਲੇ ਵਾਕ ਵਿੱਚ ਸਿਰਫ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਹੈ। ਨਾਂਵ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ, ਕਿਰਿਆ ਹੈਗੀ ਹੈ ਅਤੇ ਕਾਲਬੋਧ ਹੈਗਾ ਆਪਣਾ। ਪਰ ਇੱਥੇ ਆਪਾਂ ਗੱਲ ਕਰ ਰਹੇ ਹਾਂ ਨਾਂਵ ਅਤੇ ਕਿਰਿਆ ਦੀ। ਠੀਕ ਹੈ, ਦੋ ਹੀ ਹੈ। ਅਤੇ ਜਿਹੜਾ ਦੂਸਰਾ ਵਾਕ ਹੈ ਉਹਦੇ ਵਿੱਚ ਕਿੰਨੇ ਨਾਂਵ ਹੈ? 2 ਨਾਂਵ ਵਾਕਾਂਸ਼ ਹੈ। ਅਤੇ ਕਿਹੜੇ ਕਿਹੜੇ ਆਪਣੇ ਕੋਲੇ? ਬੱਚੇ ਅਤੇ ਪਤੰਗ। ਨੈਕਸਟ ਹੈ, ਪਹਿਲੇ ਵਾਕ ਦਾ ਕਰਤਾ
ਨਾਮ ਵਾਕਾਂਸ਼ ਵਜੋਂ ਤੇ ਦੂਸਰੇ ਕਰਮ ਨਾਮ ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ। ਜਿਹੜਾ ਪਹਿਲੇ ਵਾਕ 'ਚ ਵੀ ਕਰਤਾ ਕੰਮ ਕਾਹਦਾ ਕਰ ਰਿਹਾ ਇੱਕ ਨਾਮ ਵਜੋਂ, ਤੇ ਦੂਸਰੇ 'ਚ ਕਿਰਿਆ ਜਿਹੜਾ ਹੈਗਾ ਨਾਮ ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਕਿਹੜੇ ਦਾ, ਕਰਮ ਦੀ। ਮਤਲਬ ਕੀ ਕਰਮ ਕਰ ਰਹੇ ਆ ਉਹ। ਕਲੀਅਰ ਹੋ ਗਿਆ। ਨੈਕਸਟ ਆਹ ਸੀਗਾ ਆਪਣਾ, ਤੁਹਾਨੂੰ ਅੱਗੇ ਜਾਣ ਤੋਂ ਪਹਿਲਾਂ ਮੈਂ ਫਿਰ ਰਿਪੀਟ ਕਰਾ ਦਿੰਦਾ। ਸਧਾਰਨ ਵਾਕ ਹੈ ਜਿਹੜਾ ਆਪਣਾ ਉਹ ਹੈਗਾ ਆਪਣੇ ਕੋਲੇ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਉਹਦੇ ਮੁੱਖ ਤੱਤ, ਠੀਕ ਹੈ। ਇਹਨਾਂ ਦੋਨਾਂ ਤੋਂ ਬਿਨਾਂ ਅਧੂਰਾ ਹੈ। ਜੇ ਹੋਰ ਵਾਕਾਂਸ਼ ਵਿੱਚ ਜੋੜਿਆ ਜਾਵੇ ਤਾਂ ਇਹਦਾ ਕੀ ਹੁੰਦਾ, ਵਿਸਥਾਰ ਹੋ ਜਾਂਦਾ। ਜੇ ਤੁਹਾਡੇ ਤੋਂ ਪੁੱਛਿਆ ਜਾਵੇ ਲਾਜ਼ਮੀ ਤੱਤ ਕਿੰਨੇ ਆ, 2 ਆ ਜਾਊਗਾ ਆਪਣੇ ਕੋਲੇ। ਨੈਕਸਟ ਆਪਣੇ ਕੋਲੇ ਇਹਦੇ ਵਿੱਚ ਇੱਕ ਉਦੇਸ਼ ਹੁੰਦਾ ਤੇ ਇੱਕ ਵਿਧੇਯ ਹੁੰਦਾ, ਮਤਲਬ ਦੋਨੋਂ ਹੀ ਹੁੰਦੇ ਆ। ਇਹਦੇ ਵਿੱਚ ਕੀ ਹੁੰਦਾ, ਇੱਕ ਹੀ ਕਿਰਿਆ ਹੁੰਦੀ ਹੈ, ਠੀਕ ਹੈ। ਇੱਕ ਹੀ ਕਿਰਿਆ ਹੋਊਗੀ ਜਾਂ ਇੱਕ ਹੀ ਕਿਰਿਆ ਵਾਕਾਂਸ਼ ਹੋਊ। ਇਹ ਮੋਸਟ ਇੰਪੋਰਟੈਂਟ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਸਧਾਰਨ ਵਾਕ ਵਿੱਚ ਕਿਰਿਆ ਕਿੰਨੀਆਂ ਹੁੰਦੀਆਂ ਤਾਂ ਇੱਕ। ਜੇ ਪੁੱਛਿਆ ਜਾਵੇ ਕਿਰਿਆ ਵਾਕਾਂਸ਼ ਕਿੰਨੇ ਹੁੰਦੇ ਆ, ਇੱਕ। ਕਿਰਿਆ ਕਿੰਨੀਆਂ ਯੂਜ਼ ਕੀਤੀਆਂ ਜਾਂਦੀਆਂ, ਵਰਤੀਆਂ ਜਾਂਦੀਆਂ, ਇੱਕ। ਇਹ ਚੀਜ਼ਾਂ ਦਾ ਆਨਸਰ ਆਪਣੇ ਕੋਲ ਆਊਗਾ ਇੱਕ, ਠੀਕ ਹੈ। ਅਤੇ ਆਪਾਂ ਅੱਗੋਂ ਐਗਜ਼ਾਮਪਲਾਂ ਸੀ ਇਹ ਆਪਾਂ ਕਰ ਲਈਆਂ। ਨੈਕਸਟ ਚੱਲਦੇ ਆਪਾਂ ਸੰਯੁਕਤ ਵਾਕ। ਸੰਯੁਕਤ ਵਾਕ ਦੀ ਗੱਲ ਕਰਾਂਗੇ ਹੁਣ ਆਪਾਂ, ਠੀਕ ਹੈ। ਧਿਆਨ ਨਾਲ ਸਮਝ ਲਿਓ। ਆਈ ਥਿੰਕ ਮੈਨੂੰ ਇੱਕ ਵਾਰੀ ਕਲੀਅਰ ਕਰਕੇ ਦੱਸ ਦਿਓ ਕਿ ਸਾਰੇ ਬੱਚਿਆਂ ਨੂੰ ਸਧਾਰਨ ਵਾਕ ਦਾ ਪਤਾ ਲੱਗ ਗਿਆ ਕੀ ਹੁੰਦਾ, ਕੋਈ ਕਨਫਿਊਜ਼ਨ ਤਾਂ ਨਹੀਂ ਹੈਗੀ ਕਿਸੇ ਨੂੰ। ਮੈਨੂੰ ਕਲੀਅਰ ਕਰਾ ਦਿਓ। ਜੇ ਕਨਫਿਊਜ਼ਨ ਹੋਵੇ ਤਾਂ ਕਮੈਂਟ ਕਰ ਲਿਓ। ਵੈਸੇ ਮੈਂ 100% ਦਿੱਤਾ ਆਪਣਾ ਕਿ ਤੁਹਾਨੂੰ ਬਿਲਕੁਲ ਵੀ ਕੋਈ ਵੀ ਨਿੱਕੀ ਗੱਲ ਦੀ ਵੀ ਕਨਫਿਊਜ਼ਨ ਨਾ ਹੋਵੇ। ਵਿੱਚੋਂ 5 ਤੋਂ 6 MCQ ਆਪਣੇ ਬਣ ਚੁੱਕੇ ਆ। ਨੈਕਸਟ ਚੱਲਦੇ ਹਾਂ ਆਪਾਂ ਸੰਯੁਕਤ ਵਾਕ। ਸੰਯੁਕਤ ਵਾਕਾਂ ਦੀ ਬਣਤਰ ਸਾਵੀਂ ਹੁੰਦੀ ਹੈ। ਆਹ ਮੋਸਟ ਇੰਪੋਰਟੈਂਟ ਗੱਲ ਹੈ। ਅਤੇ ਸਾਵੀਂ ਦਾ ਆਪਣੇ ਕੋਲ ਮੀਨਿੰਗ ਵੀ ਪੁੱਛਿਆ ਜਾ ਸਕਦਾ ਕਿ ਸਾਵੀਂ ਦਾ ਮਤਲਬ ਕੀ ਹੁੰਦਾ, ਉਹ ਮੈਂ ਤੁਹਾਨੂੰ ਹੁਣੇ ਦੱਸ ਦੇਣਾ। ਸੰਯੁਕਤ ਵਾਕਾਂ ਦੀ ਬਣਤਰ ਜੇ ਪੁੱਛੀ ਜਾਵੇ ਉਹ ਕੀ ਹੁੰਦੀ ਹੈ, ਸਾਵੀਂ। ਸਾਵੀਂ ਦਾ ਆਪਣੇ ਕੋਲ ਮਤਲਬ ਹੁੰਦਾ ਕਿ ਪਰ ਪੱਖੋਂ ਬਰਾਬਰਤਾ ਦਾ ਭਾਵ ਰੱਖਣ ਵਾਲੇ ਵਾਕ, ਠੀਕ ਹੈ। ਮਤਲਬ ਜਦੋਂ ਪਰ ਯੂਜ਼ ਕੀਤਾ ਜਾਂਦਾ ਪਰ ਪੱਖੋਂ ਅਗਲਾ ਵਾਕ ਵੀ ਆਪਣਾ ਅਤੇ ਪਿਛਲਾ ਵੀ ਜਿਹੜਾ ਕੀ ਹੈ ਬਰਾਬਰ ਭਾਵ ਰੱਖਦੇ ਹੋਣ। ਉਹ ਆਪਾਂ ਹੁਣੇ ਐਗਜ਼ਾਮਪਲ ਦੇ ਨਾਲ ਥਰੂ ਨਾਲ ਕਲੀਅਰ ਕਰ ਰਹੇ ਹਾਂ। ਤਾਂ ਪਰ ਇੱਥੇ ਜੋ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਸਿੰਪਲ ਹੀ ਪੁੱਛਿਆ ਜਾਵੇ ਸਾਵੀਂ ਦਾ ਭਾਵ ਉਹ ਹੈ ਬਰਾਬਰਤਾ ਦਾ ਭਾਵ, ਠੀਕ ਹੈ। ਜਾਂ ਬਰਾਬਰਤਾ ਪੱਖ ਦਾ ਭਾਵ, ਬਰਾਬਰਤਾ ਪੱਖ ਦਾ ਭਾਵ ਜਾਂ ਬਰਾਬਰਤਾ ਦਾ ਭਾਵ, ਕੁਛ ਵੀ ਆਪਸ਼ਨ ਦੇ ਵਿੱਚ ਆ ਸਕਦਾ। ਤਾਂ ਨੈਕਸਟ ਇਹਨਾਂ ਦੀ ਬਣਤਰ ਵਿੱਚ 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਆ। ਸੁਤੰਤਰ ਤੇ ਆਪਾਂ ਉਹ ਕੀਤੀਆਂ ਹੋਈਆਂ ਗੱਲ, ਇਹ ਮੈਂ ਤੁਹਾਨੂੰ ਦੁਬਾਰਾ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ। ਵੈਸੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤੇ ਸੀਗੇ, ਸੁਤੰਤਰ ਹੋ ਗਏ ਤੇ ਅਧੀਨ ਹੋ ਗਏ। ਇਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਡਿਸਕਸ ਕੀਤੀਆਂ ਹੋਈਆਂ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀਰੀਜ਼ ਚੱਲ ਰਹੀ ਹੈ, ਜਾ ਕੇ ਜ਼ਰੂਰ ਦੇਖੋ। ਤਾਂ ਇਹਦੇ ਵਿੱਚ ਕੀ ਹੈ, 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਆ। ਵਿਆਕਰਨ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਤੌਰ ਉੱਤੇ ਵਿਚਰਨ ਦੀ ਸਮਰੱਥਾ ਰੱਖਦੇ ਆ। ਇਹਦੇ ਵਿੱਚ ਕਿਹੜੀ ਗੱਲ ਕਲੀਅਰ ਕੀਤੀ ਗਈ ਹੈ ਕਿ ਸੁਤੰਤਰ ਤੌਰ 'ਤੇ ਇੰਡੀਪੈਂਡੈਂਟ ਚੱਲਦੇ ਆ, ਠੀਕ ਹੈ। ਮਤਲਬ ਇਹ ਚੱਲ ਰਹੇ ਆ, ਮੀਨਿੰਗ ਵੀ ਸ਼ੋਅ ਕਰ ਰਹੇ ਆ। ਇਹਨਾਂ ਦੇ ਜਿਹੜੇ 2 ਵਾਕ ਜੁੜ ਰਹੇ ਆ ਉਹਨਾਂ ਦੇ ਮੀਨਿੰਗ ਵੀ ਆਪਸ ਦੇ ਵਿੱਚ ਜੁੜ ਰਹੇ ਆ, ਠੀਕ ਹੈ। ਮਤਲਬ ਕੀ ਉਹ ਸੁਤੰਤਰ ਤੌਰ 'ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਕਿਸੇ ਦੇ ਅਧੀਨ ਕੰਮ ਕਰਨ ਦੀ ਲੋੜ ਨਹੀਂ। ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਨੈਕਸਟ ਇਹਦੇ ਵਿੱਚ ਕੀ ਹੈ, ਸੰਯੁਕਤ ਵਾਕਾਂ ਵਿਚਲੇ 2 ਜਾਂ 2 ਤੋਂ ਵੱਧ ਸੁਤੰਤਰ ਸਾਧਾਰਨ ਜਾਂ ਸਮਾਨ ਉਪਵਾਕ ਨੂੰ ਕਾਮੇ ਜਾਂ ਅਤੇ ਪਰ ਜਾਂ ਚਾਹੇ ਫਿਰ ਵੀ ਪਰੰਤੂ ਸਗੋਂ ਆਦਿ ਸਮਾਨ ਯੋਜਕਾਂ ਨਾਲ ਜੋੜਿਆ ਜਾਂਦਾ। ਇਹਦੇ ਵਿੱਚ ਇੱਕ ਗੱਲ ਮੁੱਖ ਰੱਖਣ ਵਾਲੀ ਹੈ, ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਦਾ ਕਿ ਜਿਹੜਾ ਸਧਾਰਨ ਸੰਯੁਕਤ ਵਾਕ ਦੇ ਵਿੱਚ ਕੀ ਹੈ, ਸੰਯੁਕਤ ਵਾਕ ਦੇ ਵਿੱਚ ਕਿਹੜਾ ਯੋਜਕ ਯੂਜ਼ ਕੀਤਾ ਜਾਂਦਾ, ਸਮਾਨ, ਠੀਕ ਹੈ। ਬਸ ਇਹ ਚੀਜ਼ ਨੋਟ ਕਰਕੇ ਰੱਖ ਲਓ। ਅਤੇ ਕਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ, ਕੋਮਾ ਹੋ ਗਿਆ, ਸਿੰਪਲ ਸਮਾਨ ਜਿਹੜੇ ਨੋਰਮਲ ਯੂਜ਼ ਕੀਤੇ ਜਾਂਦੇ ਆ, ਜਾਂ ਹੋ ਗਿਆ, ਅਤੇ ਹੋ ਗਿਆ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ ਆਦਿ ਇਹ ਸਮਾਨ ਯੋਜਕ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਅਤੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਆਪਣੇ ਕੋਲੇ, ਇਹਦੇ ਵਿੱਚ ਆਉਂਦਾ ਆਪਣੇ ਕੋਲੇ ਸੁਤੰਤਰ, ਸਧਾਰਨ ਜਾਂ ਸਮਾਨ ਉਪਵਾਕ, ਠੀਕ ਹੈ। ਸੁਤੰਤਰ ਵਾਕ ਆਊਗਾ ਆਪਣੇ ਕੋਲੇ, ਉਪਵਾਕ ਸਧਾਰਨ ਆਊਗਾ ਜਾਂ ਸਮਾਨ ਹੋਣਗੇ, ਇੱਕੋ ਹੋਣਗੇ ਜਿਹੜੇ, ਠੀਕ ਹੈ। ਇਹ 2 3 ਚੀਜ਼ਾਂ ਨੋਟ ਕਰਦੇ ਰਹੋ ਨਾਲ। ਫਿਰ ਮੈਂ ਐਂਡ 'ਤੇ ਜਦੋਂ ਪੂਰਾ ਸਮਝਾਤਾ ਫਿਰ ਇੱਕ ਨਿੱਕੀਆਂ ਡਿਟੇਲ ਐਕਸਪਲੇਨ ਕਰ ਦੂੰਗਾ। ਸਮਝ ਲੱਗ ਗਈ ਸਾਰਿਆਂ ਨੂੰ। ਸਮਾਨ ਯੋਜਕ ਇਹਦੇ ਵਿੱਚ ਵਰਤਿਆ ਜਾਂਦਾ। ਦੇਖੋ ਇਹਦੀ ਐਗਜ਼ਾਮਪਲ ਕੀ ਆਪਣੇ ਕੋਲੇ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਦੇਖੋ ਇਹ ਦੋਵੇਂ ਸੁਤੰਤਰ ਵਾਕ ਹੈ, ਉਪਵਾਕ ਹੈ, ਠੀਕ ਹੈ। ਅਤੇ ਇਹਨਾਂ ਨੂੰ ਕੀ ਜੋੜ ਰਿਹਾ, ਜਾਂ, ਉਹਨੂੰ ਕੀ ਕਹਾਂਗੇ ਆਪਾਂ, ਸਮਾਨ ਯੋਜਕ, ਠੀਕ ਹੈ। ਕਲੀਅਰ ਹੋ ਰਿਹਾ ਸਾਰਿਆਂ ਨੂੰ। ਸੈਕਿੰਡ ਐਗਜ਼ਾਮਪਲ ਵੀ ਹੁਣ ਉਸ ਨੂੰ ਹਾਂ ਕਰਨੀ ਵੀ ਆਉਂਦੀ ਹੈ ਅਤੇ ਨਾ ਕਰਨੀ ਵੀ ਆਉਂਦੀ ਹੈ। ਹੁਣ ਇਹਦੇ ਵਿੱਚ ਦੇਖੋ ਸੁਤੰਤਰ ਤੌਰ 'ਤੇ ਜੇ ਆਪਾਂ ਇਹਨੂੰ ਇਕੱਲੇ ਨੂੰ ਵੀ ਚੱਕ ਲਈਏ ਤਾਂ ਇਹਦਾ ਜਿਹੜਾ ਮੀਨਿੰਗ ਹੈ ਉਹ ਖ਼ਤਮ ਨਹੀਂ ਹੋਊਗਾ, ਠੀਕ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਗੱਲ ਕਿਉਂ ਕੀਤੀ ਗਈ ਹੈ ਸੁਤੰਤਰ ਵਾਕ ਦੀ, ਚੰਗੀ ਤਰ੍ਹਾਂ ਹੀ ਕਲੀਅਰ ਕਰਾ ਦੇਣਾ ਜਿਹੜੇ ਬੱਚਿਆਂ ਨੂੰ ਕਨਫਿਊਜ਼ਨ ਹੋਊਗੀ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਜਿਹੜੇ ਦੋਵੇਂ ਉਪਵਾਕ ਹੁੰਦੇ ਆ,
ਦੋ ਉਪਵਾਕ ਹੈ। ਇਹਦੇ 'ਚ ਕਿਹੜੇ ਦੋ ਉਪਵਾਕ ਹੈ ਕਿ ਉਹਨੂੰ ਹਾਂ ਵੀ ਕਰਨੀ ਆਉਂਦੀ ਹੈ ਅਤੇ ਨਾ ਵੀ, ਇਹ ਦੋ ਉਪਵਾਕ ਹੈ। ਠੀਕ ਹੈ, ਪਰ ਇਹ ਸੁਤੰਤਰ ਹੈ ਮਤਲਬ ਇਹ ਕੀ ਹੈ, ਜੇ ਇਹਨਾਂ ਨੂੰ ਵੱਖ ਵੀ ਕਰ ਦਿੱਤਾ ਜਾਵੇ ਤਾਂ ਇਹ ਕੋਈ ਨਾ ਕੋਈ ਮੀਨਿੰਗ ਜ਼ਰੂਰ ਪੇਸ਼ ਕਰਨਗੇ। ਭਲਾਂ ਦੀ ਉਪਵਾਕ ਹੀ ਹੈ ਪਰ ਇਹ ਮੀਨਿੰਗ ਜ਼ਰੂਰ ਪੇਸ਼ ਕਰਨਗੇ। ਦੇਖੋ ਇਹਦੇ ਵਿੱਚ ਕੀ ਹੈ, ਭਲਾਂ ਦੀ ਨਾਮ ਨਹੀਂ ਉਹਨੂੰ ਮੈਂਸ਼ਨ ਕੀਤਾ ਗਿਆ, ਇੱਥੇ ਉਸ ਜਿਹੜਾ ਕਿ ਹੈ ਪੜਨਾਂਵ ਦੀ ਯੂਜ਼ ਕੀਤੀ ਗਈ ਹੈ। ਉਸ ਦਾ ਮਤਲਬ ਆਪਣੇ ਕੋਲੇ ਨਾਮ ਨਹੀਂ, ਉਹਦਾ ਜਗ੍ਹਾ ਕੀ ਯੂਜ਼ ਕੀਤਾ ਗਿਆ, ਪੜਨਾਂਵ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਰਵਨਾਮ। ਅਤੇ ਇਹਦੇ ਵਿੱਚ ਕੀ ਹੈ, ਆਪਣੇ ਕੋਲ ਕੀ ਗੱਲ ਕੀਤੀ ਗਈ ਹੈ ਕਿ ਉਹਨੂੰ ਹਾਂ ਵੀ ਕਰਨੀ ਆਉਂਦੀ ਹੈ ਅਤੇ ਨਾ ਵੀ। ਅਤੇ ਇੱਥੇ ਸਮਾਨ ਯੋਜਕ ਕੀ ਹੈ, ਅਤੇ। ਠੀਕ ਹੈ, ਜਾਂ ਯੋਜਕ ਜਾਂ ਸਮਾਨ ਯੋਜਕ ਆਪਣੇ ਕੋਲ ਕੀ ਹੈ, ਅਤੇ। ਤਾਂ ਇਹਦੇ ਵਿੱਚ ਕੀ ਹੈ, ਦੋਨੋਂ ਸੁਤੰਤਰ ਤੌਰ 'ਤੇ ਕੰਮ ਕਰ ਰਹੇ ਆ। ਨੈਕਸਟ, ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ ਪਰ ਮਰੀ ਹੋਈ ਮੱਛੀ ਵਹਿਣ ਦੇ ਸਮਾਨ ਚੱਲਦੀ ਹੈ। ਇਹਦੇ ਵਿੱਚ ਵੀ ਦੋਨੋਂ ਸੁਤੰਤਰ ਕੰਮ ਕਰ ਰਹੇ ਆ, ਪਰ ਇਹ ਯੋਜਕ ਹੈ ਜਿਹੜਾ ਇਹਨੂੰ ਜੋੜ ਰਿਹਾ। ਜਿਉਂਦੀ ਮੱਛੀ ਹੈ ਜਿਹੜੀ ਵਹਿਣ ਦੇ ਵਿਰੁੱਧ ਕੰਮ ਕਰਦੀ ਹੈ, ਜਿੱਧਰੋਂ ਵਹਾਅ ਹੁੰਦਾ ਉਦੋਂ ਉਲਟ ਦਿਸ਼ਾ ਚੱਲਦੀ ਹੈ, ਅਤੇ ਜਿਹੜੀ ਮਰੀ ਹੋਈ ਆ ਉਹ ਆਟੋਮੈਟਿਕ ਹੀ ਕੀ ਹੈ, ਫਿਰ ਦੂਸਰੀ ਜਿਹੜੀ ਵਹਿਣ ਦੇ ਨਾਲ ਹੀ ਚੱਲੂ, ਕਿਉਂਕਿ ਉਹਦੇ ਵਿੱਚ ਜਦੋਂ ਕੋਈ ਸੰਜੀਵ ਹੀ ਨਹੀਂ ਰਹਿ ਜਾਊਗਾ ਉਹ ਤਾਂ ਕਰਕੇ ਕੀ ਹੈ, ਨਾਲ ਹੀ ਚੱਲੂਗੀ। ਤਾਂ ਇਹਦੇ ਵਿੱਚ ਆਪਣੇ ਕੋਲ ਸਮਾਨ ਯੋਜਕ ਦੱਸੋ ਸਾਰੇ ਬੱਚੇ ਕੀ ਆਊਗਾ। ਮੈਂ 5 ਸੈਕਿੰਡ ਦਿੰਦਾ ਤੁਹਾਨੂੰ, ਵੈਸੇ ਸਾਰੇ ਬੱਚਿਆਂ ਨੂੰ ਪਤਾ ਹੀ ਹੋਊ, ਪਰ ਐਗਜ਼ਾਮਪਲਾਂ ਦਿੱਤੀਆਂ ਮੈਂ ਤਾਂ ਕਈਆਂ ਨੂੰ ਜਿਹੜੇ ਨਹੀਂ ਪਤਾ ਹੋਣਾ, ਕਨਫਿਊਜ਼ਨ ਜਿਹੜੀ ਦੂਰ ਹੋ ਗਈ ਹੋਣੀ ਹੈ। ਤਾਂ ਸਾਰੇ ਬੱਚੇ ਕਮੈਂਟ ਕਰਕੇ ਦੱਸੋ ਕਿ ਥਰਡ ਵਾਕ ਦੇ ਵਿੱਚ ਆਪਣੇ ਕੋਲ ਯੋਜਕ ਸਮਾਨ ਯੋਜਕ ਕਿਹੜਾ ਹੋਊਗਾ, ਦੱਸੋ ਕੀ ਹੋਏਗਾ। ਵੈਰੀ ਗੁੱਡ, ਜਿਹੜੇ ਬੱਚੇ ਦੇ ਰਹੇ ਆਈ ਥਿੰਕ ਸਾਰੇ ਹੀ ਸਹੀ ਹੋਣਗੇ, ਕਿਉਂਕਿ ਮੈਂ ਇੰਨੇ ਜਿਹੜਾ ਕਹਿ ਲਓ ਕਿ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਨੈਕਸਟ, ਹੁਣ ਇਹ ਵਾਕਾਂ ਬਾਰੇ ਕੁਛ, ਉਪਰੋਕਤ ਸੰਯੁਕਤ ਵਾਕ ਜਾਂ ਅਤੇ ਪਰ ਆਦਿ ਸਮਾਨ ਯੋਜਕਾਂ ਨਾਲ ਬਣੇ ਹਨ। ਠੀਕ ਹੈ, ਫਿਰ ਇਹਦੇ ਵਿੱਚ ਕੀ ਸੀ ਤੀਜੇ ਵਿੱਚ, ਪਰ। ਇਨ੍ਹਾਂ ਸੰਯੁਕਤ ਵਾਕਾਂ ਨੂੰ ਜੇਕਰ ਇੱਕ ਦੂਜੇ ਤੋਂ ਵੱਖ ਵੀ ਕਰ ਦਈਏ ਤਾਂ ਸੁਤੰਤਰ ਰੂਪ ਵਿੱਚ ਵਿਚਰ ਸਕਣ ਦੀ ਸਮਰੱਥਾ ਰੱਖਦੇ ਆ। ਦੇਖੋ ਮੈਂ ਹੁਣ ਨੀਚੇ ਦੱਸਣ ਦੀ ਬਜਾਏ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਜੇ ਇਹਨਾਂ ਨੂੰ ਵੱਖ ਵੀ ਕਰ ਦਈਏ ਤਾਂ ਇਹ ਕੀ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਮੀਨਿੰਗ ਪੇਸ਼ ਕਰ ਸਕਦੇ। ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਜੇ ਦੋਵਾਂ ਨੂੰ ਅਲੱਗ ਕਰਤਾ ਤਾਂ ਇਹ ਕੀ ਹੈ, ਟੁੱਟ ਗਏ। ਇਹ ਆਪਣੇ ਆਪ 'ਚ ਸਮਰੱਥਾ ਰੱਖਦੇ ਆ ਕਿ ਤੁਹਾਨੂੰ ਇੱਕ ਭਾਵ ਸਮਝਾ ਸਕਣ। ਠੀਕ ਹੈ, ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਮੈਂ ਆਪਦੇ ਵੱਲੋਂ ਇੱਕ ਹੋਰ ਤੁਹਾਨੂੰ, ਕਿ ਰਾਮ ਪੜ੍ਹ ਰਿਹਾ ਅਤੇ ਸ਼ਾਮ ਖੇਡ ਰਿਹਾ। ਇਹਦੇ ਵਿੱਚ ਅਤੇ ਕੀ ਆ ਗਿਆ ਆਪਣੇ ਕੋਲੇ, ਸਮਾਨ ਯੋਜਕ। ਵੈਰੀ ਗੁੱਡ, ਇਹਦੇ ਵਿੱਚ ਅਤੇ ਕੀ ਆ ਗਿਆ, ਸਮਾਨ ਯੋਜਕ। ਪਰ ਇਹਦੇ ਵਿੱਚ ਜੇ ਰਾਮ ਅਤੇ ਸ਼ਾਮ ਵਾਲਾ ਸੈਂਟੈਂਸ ਉਪਵਾਕ ਅਲੱਗ ਕਰ ਦਈਏ ਤਾਂ ਉਹ ਫਿਰ ਵੀ ਤੁਹਾਨੂੰ ਮੀਨਿੰਗ ਦੱਸ ਰਹੇ ਆ ਕਿ ਜਿਹੜਾ ਰਾਮ ਪੜ੍ਹ ਰਿਹਾ ਅਤੇ ਸ਼ਾਮ ਜਾਂ ਮੋਹਨ ਖੇਡ ਰਿਹਾ। ਠੀਕ ਹੈ, ਕਲੀਅਰ ਹੋ ਰਿਹਾ ਹੈ ਆਪਣੇ ਸੰਯੁਕਤ ਵਾਕ। ਤਾਂ ਅੱਗੇ ਆਪਣੇ ਚੱਲਦੇ ਹਾਂ ਹੁਣ ਇਹਦੇ ਵਿੱਚ, ਕਿਉਂਕਿ ਇਹ ਉਪਵਾਕ ਇੱਕ ਦੂਸਰੇ ਉੱਪਰ ਨਿਰਭਰ ਨਹੀਂ ਕਰਦੇ ਆ। ਦੇਖੋ ਠੀਕ ਹੈ, ਕਲੀਅਰ ਹੋ ਗਿਆ। ਤਾਂ ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਪਿਆ ਕਿ ਸੰਯੁਕਤ ਵਾਕ ਵਿੱਚ ਉਪਵਾਕ ਇੱਕ ਦੂਸਰੇ ਉੱਤੇ ਨਿਰਭਰ ਕਰਦੇ ਹਨ ਜਾਂ ਨਹੀਂ। ਤਾਂ ਉਹਦਾ ਆਨਸਰ ਆਪਣੇ ਕੋਲ ਆਊਗਾ ਨਹੀਂ ਕਰਦੇ। ਠੀਕ ਹੈ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਸੁਤੰਤਰ ਹੈ। ਆਈ ਥਿੰਕ ਕਲੀਅਰ ਹੋ ਰਿਹਾ ਸਾਰੇ ਬੱਚਿਆਂ ਨੂੰ, ਕੋਈ ਕਨਫਿਊਜ਼ਨ ਨਹੀਂ। ਇਹ ਸੀ ਆਪਣਾ ਦੂਸਰਾ ਟੌਪਿਕ। ਅੱਗੋਂ ਆਪਾਂ ਮਿਸ਼ਰਿਤ ਵਾਕ ਕਰਦੇ ਹਾਂ, ਪਰ ਫਿਰ ਵੀ ਤੁਹਾਨੂੰ ਇੱਕ ਵਾਰੀ ਕਲੀਅਰ ਕਰਵਾ ਦਿੰਦਾ ਜਿਵੇਂ ਮੈਂ ਪਹਿਲਾਂ ਕਰਵਾਇਆ ਸੀ ਕਿ ਇਹਨਾਂ ਦੀ ਜਿਹੜੀ ਬਣਤਰ ਹੈ ਉਹ ਹੈ ਸਾਵੀਂ, ਜਿਹੜੇ ਬਰਾਬਰਤਾ ਦਾ ਅਧਿਕਾਰ ਰੱਖਦੇ ਆ ਵਾਕ ਦੇ ਵਿੱਚ। ਮਤਲਬ ਜੇ ਉਹ 50% ਹੈ ਤਾਂ ਦੂਸਰਾ ਵੀ ਕੀ ਹੈ, 50% ਹੈ। ਇਹ ਨਹੀਂ ਕਹਿ ਸਕਦੇ ਕਿ ਇੱਕ ਨੂੰ ਤੋੜ ਦਈਏ ਤਾਂ ਦੂਜੇ ਦਾ ਜਿਹੜਾ ਪਰਸੈਂਟ ਹੈ ਉਹ ਘਟ ਜੂਗਾ। ਉਹ ਵੀ 50% ਹੀ ਆਪਣੇ ਆਪ ਦੇ ਵਿੱਚ ਸਮਰੱਥ ਹੈ ਕਿ ਉਹ ਤੁਹਾਨੂੰ ਗੱਲ ਨੂੰ ਜਿਹੜਾ ਚੰਗੀ ਤਰ੍ਹਾਂ ਪੇਸ਼ ਕਰ ਸਕੇ। ਹੁਣ ਸਾਵੀਂ ਦਾ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਮਤਲਬ ਕੀ ਹੁੰਦਾ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ, 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਵੱਖ ਵੀ ਕਰ ਦਈਏ ਤਾਂ ਉਹ ਆਪਦੇ ਆਪ ਵਿੱਚ ਸਮਰੱਥਾ ਰੱਖਦੇ ਆ ਕਿ ਤੁਹਾਨੂੰ ਜਿਹੜਾ ਮੀਨਿੰਗ ਸਪਸ਼ਟ ਕਰ ਸਕਣ। ਠੀਕ ਹੈ, ਕਲੀਅਰ ਹੋ ਗਿਆ ਸਾਰਿਆਂ ਨੂੰ। ਅਤੇ ਇਹਦੇ ਵਿੱਚ ਸਮਾਨ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਸ ਇਹ 4-5 ਚੀਜ਼ਾਂ ਜਿਹੜੀਆਂ ਤੁਸੀਂ ਨੋਟ ਕਰਕੇ ਰੱਖਣੀਆਂ। ਨੈਕਸਟ ਚੱਲਦੇ ਹਾਂ ਆਪਾਂ, ਕਲੀਅਰ ਹੋ ਰਿਹਾ ਹੋਣਾ ਆਈ ਥਿੰਕ ਤੁਹਾਨੂੰ। ਨੈਕਸਟ ਆਪਣੇ ਕੋਲ ਮਿਸ਼ਰਿਤ ਵਾਕ। ਠੀਕ ਹੈ, ਮਿਸ਼ਰਿਤ ਵਾਕ ਦੀ ਬਣਤਰ ਕਿਹੜੀ ਹੈ, ਅਸਾਵੀਂ। ਜਦੋਂ ਆੜਾ ਅੱਗੇ ਲੱਗ ਜਾਂਦਾ ਤਾਂ ਸਾਰਾ ਮੀਨਿੰਗ ਕੀ ਹੋ ਜਾਂਦਾ, ਨੰਨੇ ਦੇ ਵਿੱਚ, ਨਹੀਂ ਦੇ ਵਿੱਚ। ਜਿਹੜੀ ਚੀਜ਼ ਆਪਾਂ ਬਿਨਾਂ ਆੜੇ ਤੋਂ ਕਰਦੇ ਹਾਂ ਉਹ ਹੁੰਦੀ ਹੈ ਹਾਂ ਦੇ ਵਿੱਚ। ਠੀਕ ਹੈ, ਜੇ ਉਹਦੇ ਅੱਗੇ ਆੜਾ ਲੱਗ ਜਾਏ ਉਹੀ ਚੀਜ਼ ਦੇ ਅੱਗੇ ਤਾਂ ਉਹ ਨੰਨਾ ਹੀ ਨਹੀਂ ਦੇ ਵਿੱਚ ਬਦਲ ਜਾਂਦਾ ਸਾਰਾ ਕੁਛ। ਤਾਂ ਸਾਵੀਂ ਦਾ ਮਤਲਬ ਆਪਣੇ ਕੋਲ ਕੀ ਸੀ ਕਿ ਬਰਾਬਰਤਾ ਦਾ ਅਧਿਕਾਰ ਸੀ ਦੋਵੇਂ ਉਪਵਾਕਾਂ ਨੂੰ। ਪਰ ਅਸਾਵੀਂ ਦਾ ਮਤਲਬ ਹੋ ਗਿਆ ਕਿ ਦੋਵੇਂ ਵਾਕਾਂ ਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਹੈਗਾ। 2 ਜਾਂ 3 ਜਿੰਨੇ ਵੀ ਵਾਕ ਹੈਗੇ ਬਰਾਬਰਤਾ ਦਾ ਅਧਿਕਾਰ ਨਹੀਂ ਹੈਗਾ। ਜੇ ਉਹਨਾਂ ਨੂੰ ਅਲੱਗ ਕਰ ਦਈਏ ਤਾਂ ਉਹ ਟੁੱਟ ਫੁੱਟ ਜਾਣਗੇ। ਮਤਲਬ ਉਹ ਕੀ ਹੈ, ਖਿੰਡਰ ਜਾਣਗੇ। ਉਹਨਾਂ ਵਿੱਚ ਕੀ ਹੈ, ਮੀਨਿੰਗ ਨਹੀਂ ਰਹੂਗਾ, ਸੰਬੰਧ ਰਹੂਗਾ, ਪਰ ਉਹਨਾਂ ਦਾ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਖਤਮ ਹੋ ਜਾਊਗੀ। ਪਰ ਆਪਾਂ ਫਿਰ ਵੀ ਤੁਹਾਨੂੰ ਡਿਸਕਸ਼ਨ ਕਰਾ ਦਿੰਦਾ ਮੈਂ ਚੰਗੀ ਤਰ੍ਹਾਂ। ਮਿਸ਼ਰਿਤ ਵਾਕ ਦੀ ਜਿਹੜੀ ਬਣਤਰ ਹੈ ਉਹ ਸਾਵੀਂ ਹੈ, ਭਾਵ ਇਸ ਵਿੱਚ ਜਿਹੜੇ ਉਪਵਾਕ ਹੈ ਉਹ ਬਰਾਬਰਤਾ ਦੇ ਪੱਧਰ ਉੱਤੇ ਨਹੀਂ ਵਿਚਰ ਸਕਦੇ। ਕਲੀਅਰ ਹੈ। ਮਿਸ਼ਰਿਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਆ। ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਇੱਕ ਤਾਂ ਹੁੰਦਾ ਮੁੱਖ ਉਪਵਾਕ ਹੁੰਦਾ ਇਹਨਾਂ ਦਾ। ਠੀਕ ਹੈ, ਕਹਿ ਲਓ ਕਿ ਇੱਕ ਲੀਡਰ ਹੁੰਦਾ ਕੰਪਨੀ ਦਾ।
ਕੰਪਨੀ ਦਾ ਆਪਣੇ ਕੋਲ ਲੀਡਰ ਹੁੰਦਾ ਵਾਕ ਦੇ ਵਿੱਚ, ਮਿਸ਼ਰਿਤ ਵਾਕ ਦੇ ਵਿੱਚ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਉਹਦੇ ਥੱਲੇ ਇੰਪਲੋਏ ਲੱਗੇ ਹੁੰਦੇ ਆ, 2 ਜਾਂ 3 ਇੰਪਲੋਏ ਕੰਮ ਕਰ ਰਹੇ ਆ ਮੰਨ ਲਓ, ਤੇ ਜੇ ਲੀਡਰ ਨੂੰ ਕੁਛ ਹੋ ਜੇ ਤਾਂ ਜਿਹੜੇ ਇੰਪਲੋਏ ਆ ਉਹ ਕੀ ਹੈ, ਅਨਇੰਪਲੋਏ ਹੋ ਜਾਣਗੇ। ਉਹਨਾਂ ਦਾ ਕੋਈ ਮਤਲਬ ਨਹੀਂ ਰਹੂਗਾ, ਉਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਅਸੀਂ ਕਿਹਦੇ ਲਈ ਕੰਮ ਕਰਦੇ ਹਾਂ, ਕੀ ਆਰਡਰ ਮੰਨਣੇ ਹੈ, ਕਿਹੜੀ ਅਸੀਂ ਮੀਨਿੰਗ ਜਾਂ ਕਿਹੜੀ ਮੀਟਿੰਗ ਦੇ ਵਿੱਚ ਜਾਣਾ ਹੈ, ਕੀ ਕਰਨਾ। ਸਮਝ ਲੱਗ ਰਹੀ ਹੈ ਮੈਂ ਕੀ ਕਹਿਣਾ ਚਾਹ ਰਿਹਾ। ਤਾਂ ਉਵੇਂ ਇਹਦੇ ਵਿੱਚ ਕੀ ਹੈ, ਇੱਕ ਕੀ ਹੁੰਦਾ ਆਪਣੇ ਕੋਲੇ ਮੁੱਖ ਉਪਵਾਕ ਹੁੰਦਾ ਤੇ ਬਾਕੀ ਕੀ ਹੁੰਦੇ ਆ, ਅਧੀਨ ਉਪਵਾਕ ਹੁੰਦੇ ਆ, ਠੀਕ ਹੈ। ਤਾਂ ਇਹਦੇ ਵਿੱਚ ਪੁੱਛਿਆ ਵੀ ਜਾ ਸਕਦਾ ਕਿ ਮਿਸ਼ਰਿਤ ਵਾਕ ਦੇ ਵਿੱਚ ਕਿੰਨੇ ਮੁੱਖ ਉਪਵਾਕ ਹੁੰਦੇ ਆ, ਤਾਂ ਇੱਕ, ਤਾਂ ਅਧੀਨ ਹੁੰਦੇ ਆ ਜਿਹੜੇ 2 ਜਾਂ 2 ਤੋਂ ਵੱਧ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲੇ ਮੁੱਖ ਵਾਕ ਹੈ ਜਿਹੜਾ ਉਹ ਸੁਤੰਤਰ ਤੌਰ 'ਤੇ ਵਿਚਰਨ ਦੀ ਸਮਰੱਥਾ ਰੱਖਦਾ। ਤੇ ਉਹਦੇ ਐਗਜ਼ਾਮਪਲ ਵੀ ਤੁਹਾਨੂੰ ਅੱਗੇ ਦੱਸ ਦੇਣਾ, ਬਸ ਇੰਨੀ ਚੀਜ਼ ਰੱਖਿਓ, ਜਿਹੜਾ ਮੁੱਖ ਉਪਵਾਕ ਹੁੰਦਾ ਉਹ ਇਕੱਲਾ ਹੀ ਸੁਤੰਤਰ ਹੁੰਦਾ, ਬਾਕੀ ਕੀ ਹੁੰਦੇ ਆ, ਅਧੀਨ ਹੁੰਦੇ ਆ, ਠੀਕ ਹੈ। ਜਿਹੜਾ ਮੁੱਖ ਉਪਵਾਕ ਆ ਉਹ ਸੁਤੰਤਰ ਹੁੰਦਾ, ਪਰ ਬਾਕੀ ਕੀ ਹੁੰਦੇ, ਅਧੀਨ ਕੰਮ ਕਰਦੇ ਆ। ਜੇ ਉਹ ਮੁੱਖ ਉਪਵਾਕ ਨੂੰ ਤੋੜ ਦਿੱਤਾ ਜਾਵੇ ਤਾਂ ਜਿਹੜੇ ਅਧੀਨ ਵਾਲੇ ਆ ਉਹਨਾਂ ਨੂੰ ਸਮਝ ਨਹੀਂ ਰਹੂਗੀ ਕਿ ਅਸੀਂ ਕੀ ਕਰਨਾ। ਨੈਕਸਟ ਚੱਲਦੇ ਆਪਾਂ। ਪਰ ਅਧੀਨ ਉਪਵਾਕ ਸੁਤੰਤਰ ਤੌਰ 'ਤੇ ਨਹੀਂ ਵਿਚਰਦੇ, ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਆ ਕੇ ਹੀ ਜਿਹੜੀ ਸਾਰਥਕਤਾ ਗ੍ਰਹਿਣ ਕਰਦੇ ਆ। ਸਮਝ ਲੱਗ ਗਈ ਮੈਂ ਕੀ ਸਮਝਾਉਣਾ ਚਾਹ ਰਿਹਾ। ਫਿਰ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਕਿ ਜੇ ਮੁੱਖ ਵਾਕ ਨਾਲ ਜੁੜਨਗੇ ਉਪਵਾਕ, ਜਿਹੜੇ ਅਧੀਨ ਉਪਵਾਕ ਹੈ, ਤਾਂ ਹੀ ਉਹਨਾਂ ਵਿੱਚ ਮੀਨਿੰਗ ਰਹੂਗਾ, ਨਹੀਂ ਤਾਂ ਉਹ ਕੀ ਹੈ, ਵਾਕਾਂਸ਼ ਬਣ ਜਾਣਗੇ ਕਿ ਉਹਨਾਂ ਦਾ ਸੰਬੰਧ ਤਾਂ ਹੋਊਗਾ ਪਰ ਜਿਹੜੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਉਹਨਾਂ ਦੀ ਖਤਮ ਹੋ ਜਾਊਗੀ। ਨੈਕਸਟ ਹੈ ਆਪਣੇ ਕੋਲੇ ਕੀ ਆਏਗਾ, ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਰਹਿ ਕੇ ਸਾਰਥਕਤਾ ਗ੍ਰਹਿਣ ਕਰਦੇ ਆ। ਇੰਨਾ ਕਲੀਅਰ ਹੋ ਗਿਆ। ਨੈਕਸਟ ਆਪਣੇ ਕੋਲੇ ਪੰਜਾਬੀ ਭਾਸ਼ਾ ਵਿੱਚ ਅਧੀਨ ਉਪਵਾਕ ਯੋਜਕਾਂ, ਕਿਉਂਕਿ ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ, ਕਿਸੇ ਆਦਿ ਨਾਲ ਸ਼ੁਰੂ ਹੁੰਦੇ ਆ। ਦੇਖੋ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ, ਪੰਜਾਬੀ ਭਾਸ਼ਾ ਵਿੱਚ ਜਿਹੜੇ ਅਧੀਨ ਉਪਵਾਕ ਹੈ ਉਹ ਯੋਜਕਾਂ ਕਿਹੜਿਆਂ ਨਾਲ ਸ਼ੁਰੂ ਹੁੰਦੇ ਆ, ਉਹ ਹੁੰਦੇ ਆ ਜੋ, ਜਿਹੜਾ, ਜਿਸ, ਜਿਵੇਂ, ਜਦੋਂ। ਇਹਦੇ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ, ਇਹ ਸਾਰੇ ਅਧੀਨ ਯੋਜਕ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਤਾਂ ਇਹਦੇ ਵਿੱਚ ਇੱਕ ਹੋਰ ਜਿਹੜਾ ਆਪਣੇ ਕੋਲ ਪ੍ਰਸ਼ਨ ਖੜਾ ਹੁੰਦਾ ਕਿ ਮਿਸ਼ਰਿਤ ਵਾਕ ਵਿੱਚ ਕਿਹੜੇ ਯੋਜਕ ਕੰਮ ਕਰਦੇ ਆ, ਉਹ ਆਊਗਾ ਅਧੀਨ। ਦੂਜੇ 'ਚ ਕੀ ਹੈ, ਸਮਾਨ। ਕਲੀਅਰ ਹੋ ਰਿਹਾ ਸਾਰੇ ਬੱਚਿਆਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ। ਇਹਦੇ ਵਿੱਚ ਅੱਗੇ ਕੀ ਹੈ ਆਪਣੇ ਕੋਲ ਐਗਜ਼ਾਮਪਲਾਂ, ਠੀਕ ਹੈ। ਐਗਜ਼ਾਮਪਲਾਂ ਕਿਹੜੀਆਂ, ਉਸਨੇ ਕਹਾ, ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ, ਠੀਕ ਹੈ। ਇਹਦੇ ਵਿੱਚ ਕੀ ਗੱਲਾਂ ਹੋ ਰਹੀਆਂ, ਜਿਹੜੇ ਬ੍ਰੈਕਟ ਦੇ ਵਿੱਚ ਹੈ, ਉਸਨੇ ਕਿਹਾ ਕਿ ਅੱਜ ਤੋਂ ਬਾਅਦ ਉਹ ਇਹ ਗਲਤੀ ਦੁਬਾਰਾ ਨਹੀਂ ਕਰੇਗਾ। ਦੇਖੋ ਜੇ ਇਹਦੇ ਵਿੱਚ ਉਸਨੇ ਕਿਹਾ ਵੀ ਕੱਢ ਦਈਏ ਤਾਂ ਜਿਹੜਾ ਮੁੱਖ ਆਪਣੇ ਕੋਲ ਉਪਵਾਕ ਹੈ ਉਹ ਫਿਰ ਵੀ ਆਪਦੇ ਵਿੱਚ ਸੁਤੰਤਰ ਹੈ। ਕਿਵੇਂ, ਅੱਜ ਤੋਂ ਬਾਅਦ ਉਹ ਇਹ ਗਲਤੀ ਦੁਬਾਰਾ ਨਹੀਂ ਕਰੇਗਾ, ਮਤਲਬ ਉਹ ਦੱਸ ਰਿਹਾ ਕਿ ਮੈਂ ਗਲਤੀ ਦੁਬਾਰਾ ਨਹੀਂ ਕਰੂੰਗਾ। ਜੇ ਉਸਨੇ ਕਿਹਾ ਕੱਢ ਦਈਏ, ਇਹ ਜਿਹੜਾ ਆਪਣੇ ਕੋਲ ਅਧੀਨ ਉਪਵਾਕ ਹੈ ਤਾਂ ਇਹਦਾ ਜੇ ਕੋਈ ਇਕੱਲਾ ਮੀਨਿੰਗ ਨਹੀਂ ਰਹਿ ਜਾਊਗਾ। ਉਵੇਂ ਅਗਲੇ ਦਾ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ, ਕੀ ਮਤਲਬ ਹੈ ਇਹਦਾ, ਕੋਈ ਮਤਲਬ ਨਹੀਂ। ਪਰ ਜਿੰਨਾ ਚਿਰ ਇਹਦੇ ਵਿੱਚ ਮੁੱਖ ਵਾਕ ਨਹੀਂ ਆਉਂਦਾ ਇਹਦਾ ਮਤਲਬ ਨਹੀਂ ਬਣੂਗਾ। ਹੁਣ ਇਹਦੇ ਵਿੱਚ ਮੁੱਖ ਵਾਕ ਆ ਜਾਊਗਾ ਜਿਹੜੇ ਆਪਣੇ ਅਧਿਆਪਕ ਦਾ ਨਾਂ ਰੋਸ਼ਨ ਕਰਦੇ ਆ, ਠੀਕ ਹੈ। ਨੈਕਸਟ, ਇਹਨਾਂ ਵਾਕਾਂ ਵਿੱਚ ਗੂੜੇ ਛਪੇ, ਮਤਲਬ ਕਹਿ ਲਓ ਬ੍ਰੈਕਟ ਦੇ ਵਿੱਚ, ਠੀਕ ਹੈ। ਬ੍ਰੈਕਟ ਦੇ ਵਿੱਚ ਜਿਹੜੇ ਵਾਕ ਹੈ ਉਹ ਉਪਵਾਕ ਹੈ, ਠੀਕ, ਮੁੱਖ ਵਾਕ ਹੈ, ਠੀਕ ਹੈ। ਤੇ ਹਲਕੇ ਛਪੇ ਆ ਜਿਹੜੇ ਉਹ ਅਧੀਨ ਉਪਵਾਕ ਹੈ। ਇਹਦੇ ਵਿੱਚ ਕੀ ਗੱਲ ਕਰ ਰਹੇ ਹਾਂ ਆਪਾਂ, ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਅਜਿਹੇ ਉਪਵਾਕ ਪੂਰਾ ਅਰਥ ਪ੍ਰਗਟ ਕਰਨ ਲਈ ਇੱਕ ਦੂਜੇ ਉੱਪਰ ਨਿਰਭਰ ਕਰਦੇ ਆ। ਫਿਰ ਵੀ ਧਿਆਨ ਨਾਲ ਦੇਖਿਆ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਇੱਕ ਉਪਵਾਕ ਦੂਜੇ ਉਪਵਾਕ ਨਾਲੋਂ ਕੁਝ ਵਧੇਰੇ ਸੁਤੰਤਰ ਹੈ। ਦੇਖੋ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ, ਮੈਂ ਤੁਹਾਨੂੰ ਵਾਰ-ਵਾਰ ਉਹੀ ਕਹਿ ਰਿਹਾ ਕਿ ਜਿਹੜੇ ਇਹ ਵਾਲੇ ਆਪਣੇ ਕਹਿ ਲਓ, ਕਈ ਇਹਨਾਂ ਵਿੱਚ ਮੁੱਖ ਵਾਕਾਂ ਦੀ ਸ਼੍ਰੇਣੀ ਵਿੱਚ ਵੀ ਆਉਣਗੇ, ਠੀਕ ਹੈ। ਕਈ ਇਹਨਾਂ ਦੇ ਵਿੱਚ ਜਿਹੜੇ ਅਧੀਨ ਉਪਵਾਕਾਂ ਦੀ ਸ਼੍ਰੇਣੀ ਵਿੱਚ ਵੀ ਆਉਣਗੇ। ਇਹਨਾਂ ਚੀਜ਼ਾਂ ਨੂੰ ਨੋਟ ਰੱਖਣਾ ਤੁਸੀਂ ਕਰਕੇ ਕਿ ਕਿਹੜੇ ਕਿਹੜੇ ਆਪਣੇ ਤੋਂ ਪੁੱਛੇ ਜਾ ਸਕਦੇ ਆ। ਉਸਨੇ ਕਿਹਾ, ਠੀਕ ਹੈ। ਇਹਦੇ ਵਿੱਚ ਕਿ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ। ਇਹਨਾਂ ਕਿੰਨੀਆਂ ਵੀ ਐਗਜ਼ਾਮਪਲਾਂ ਇਹਨਾਂ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ। ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੇ 2 ਜਾਂ 2 ਤੋਂ ਵੱਧ ਅਧੀਨ ਉਪਵਾਕਾਂ ਤੋਂ ਬਣਨ ਉਹਨਾਂ ਨੂੰ ਕੀ ਕਹਿੰਦੇ ਆ, ਮਿਸ਼ਰਿਤ ਵਾਕ, ਠੀਕ ਹੈ। ਕਲੀਅਰ ਹੋ ਰਿਹਾ। ਇਹਨਾਂ ਜੋ ਵੀ ਤੁਸੀਂ ਲਿਖਿਆ ਇਹਦੇ ਵਿੱਚ ਕਨਫਿਊਜ਼ ਨਾ ਹੋਇਓ, ਠੀਕ ਹੈ। ਕਿ ਜਿਹੜੇ ਉਪਵਾਕ ਹੈ, ਮੁੱਖ ਵਾਕ ਹੈ, ਇਹਨਾਂ ਚੀਜ਼ਾਂ 'ਚ ਕਨਫਿਊਜ਼ ਨਹੀਂ ਹੋਣਾ ਤੁਸੀਂ। ਬਸ ਇਹਨਾਂ ਚੀਜ਼ਾਂ ਧਿਆਨ ਰੱਖਣਾ ਕਿ ਅਧੀਨ ਉਪਵਾਕ ਹੋਇਆ ਤਾਂ ਉਹ ਮਿਸ਼ਰਿਤ ਵਾਕ ਹੈ, ਜੇ ਸੁਤੰਤਰ ਉਪਵਾਕ 2 ਹੋਏ ਤਾਂ ਉਹ ਸਧਾਰਨ ਵਾਕ ਹੈ। ਕਲੀਅਰ ਹੋ ਰਿਹਾ, ਸੰਯੁਕਤ ਵਾਕ ਹੈ। ਜੇ ਸਧਾਰਨ ਵਾਕ ਸਿੰਪਲ ਉਹਦੇ ਵਿੱਚ ਤਾਂ ਕੋਈ ਯੋਜਕ ਲੱਗਿਆ ਹੀ ਨਹੀਂ ਹੋਣਾ, ਉਹ ਆਪਣਾ ਸਧਾਰਨ ਵਾਕ ਹੀ ਹੈ। ਇਹ ਤਿੰਨੋਂ ਸੀ ਅੱਜ ਦਾ ਆਪਣਾ ਕੰਸੈਪਟ, ਠੀਕ ਹੈ। ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ। ਜੇ ਨਹੀਂ ਹੋਇਆ ਤਾਂ ਮੈਨੂੰ ਫਿਰ ਵੀ ਕਮੈਂਟ ਕਰਕੇ ਦੱਸ ਦਿਓ ਕਿ ਸਰ ਨਹੀਂ ਪਤਾ ਲੱਗਿਆ। ਕਲੀਅਰ ਹੋ ਰਿਹਾ ਕਿ ਨਹੀਂ ਹੋ ਰਿਹਾ, ਇੱਕ ਵਾਰੀ ਕਲੀਅਰ ਕਰਕੇ ਕਮੈਂਟ ਕਰਕੇ ਦੱਸ ਦਿਓ, ਤਾਂ ਫਿਰ ਆਪਾਂ ਗਰੁੱਪ ਦੇ ਵਿੱਚ ਡਿਸਕਸ਼ਨ ਕਰ ਲਾਂਗੇ ਜੇ ਕਿਸੇ ਨੂੰ ਕੋਈ ਵੀ ਕਨਫਿਊਜ਼ਨ ਰਹੀ ਹੋਵੇ ਤਾਂ, ਠੀਕ ਹੈ। ਦੇਖੋ ਇਹਦੇ ਵਿੱਚ ਕੀ ਲਿਖਿਆ, ਅਜਿਹੇ ਉਪਵਾਕ ਪੂਰਾ ਅਰਥ ਪ੍ਰਗਟ ਕਰਨ ਲਈ ਇੱਕ ਦੂਜੇ ਉੱਤੇ ਨਿਰਭਰ ਕਰਦੇ ਆ। ਜੇ ਇਹਨਾਂ ਵਿੱਚ ਪੂਰਾ ਆਪਾਂ ਭਲਾਂ ਦੀ ਉਹ ਮੁੱਖ ਉਪਵਾਕ ਹੈ, ਭਲਾਂ ਦੀ ਉਹ ਕੀ ਹੈਗਾ, ਅਧੀਨ, ਉਹਨਾਂ ਚਿਰ ਉਹ ਪੂਰਾ ਅਰਥ ਪ੍ਰਗਟ ਨਹੀਂ ਕਰਨਗੇ ਜਿੰਨਾ ਚਿਰ ਉਹ ਦੋਵੇਂ ਰਲ ਕੇ ਕੰਮ
ਨਾ ਕਰਨ। ਠੀਕ ਹੈ, ਜੇ ਉਹ ਰਲ ਕੇ ਕੰਮ, ਦੇਖੋ ਇਹਦੇ ਵਿੱਚ ਐਗਜ਼ਾਮਪਲ ਵੱਲ ਚੱਲਦੇ ਹਾਂ ਆਪਾਂ। ਫਿਰ ਜਿਹਦੇ ਵਿੱਚ ਕੀ ਹੈ, ਉਸਨੇ ਕਿਹਾ ਨਾ ਹੁੰਦਾ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀ ਕਿ ਕਿਹਦੀ ਗੱਲ ਕਰ ਰਹੇ ਹਾਂ। ਠੀਕ ਹੈ, ਜੇ ਇਹਦੇ ਵਿੱਚ ਆ ਨਾ ਹੁੰਦਾ ਤਾਂ ਫਿਰ ਇਹ ਕੀ ਹੈ, ਇਹ ਮੀਨਿੰਗਲੈਸ ਹੋ ਜਾਣਾ ਸੀ। ਉਸਨੇ ਕਿਹਾ, ਕੀ ਕਿਹਾ, ਨਹੀਂ ਪਤਾ। ਠੀਕ ਹੈ, ਇਹਦੇ ਵਿੱਚ ਅਗਲੇ ਵਾਕ ਵਿੱਚ ਵੀ ਉਵੇਂ ਹੀ ਹੈ। ਕੁਝ ਵਿਦਿਆਰਥੀ ਜਿਹੇ ਵੀ ਹੁੰਦੇ ਹਨ। ਕਿਹੜੇ ਵਿਦਿਆਰਥੀ ਕੀ ਗੱਲ ਕਰਨ ਦੀ ਕਹਿ ਰਿਹਾ ਤਾਂ ਇਹ ਨਹੀਂ ਪਤਾ ਲੱਗ ਰਿਹਾ ਜਿੰਨਾ ਚਿਰ ਉਹ ਦੂਸਰਾ ਵਾਕ ਆਪਣੇ ਕੋਲ ਉਪਵਾਕ ਜਿਹੜਾ ਨਹੀਂ ਜੁੜ ਰਿਹਾ। ਠੀਕ ਹੈ, ਆਪਾਂ ਇਹਨੂੰ ਮੁੱਖ ਵਾਕ ਦੀ ਸ਼੍ਰੇਣੀ ਵਿੱਚ ਵੀ ਰੱਖ ਸਕਦੇ ਹਾਂ। ਜੇ ਤੁਸੀਂ ਚਾਹੋ ਤਾਂ ਇਹਨੂੰ ਮੁੱਖ ਵਾਕ ਦੀ ਸ਼੍ਰੇਣੀ ਵਿੱਚ ਵੀ ਰੱਖ ਸਕਦੇ ਹਾਂ, ਕਿਉਂਕਿ ਅੱਗੇ ਕੰਮ ਕਰ ਰਿਹਾ ਮੁੱਖ, ਜਿਹੜਾ ਆਪਣਾ ਕਹਿ ਲਓ ਕਿ ਯੋਜਕ ਤੋਂ ਅਧੀਨ ਯੋਜਕ ਤੋਂ ਅੱਗੇ ਕੰਮ ਕਰ ਰਿਹਾ, ਉਹ ਮੁੱਖ ਵਾਕ ਦੀ ਸ਼੍ਰੇਣੀ ਵਿੱਚ ਵੀ ਆ ਸਕਦਾ। ਕਿਉਂਕਿ ਜਿਹੜੇ ਤੁਹਾਨੂੰ ਮੈਂ ਹੁਣੇ ਦੱਸਿਆ ਸੀ ਕਿ ਜਿਹੜੇ ਇਹ ਕੀ ਆ, ਉਪਵਾਕ ਆਪਣੇ ਸਟਾਰਟ ਹੁੰਦੇ ਆ ਇਹਨਾਂ ਤੋਂ। ਆ ਵੇਖੋ ਉੱਤੇ ਗੱਲ ਕੀਤੀ ਗਈ ਹੈ ਕਿ ਜਿਹੜੇ ਅਧੀਨ ਉਪਵਾਕ ਹੁੰਦੇ ਆ ਉਹ ਕਿਹੜਿਆਂ ਤੋਂ ਸਟਾਰਟ ਹੁੰਦੇ ਆ, ਜਿਹੜਾ, ਜਿਸ, ਜਿਵੇਂ, ਜਿਸ ਤਰ੍ਹਾਂ। ਬਸ ਇਹ ਕਹਿ ਲਓ ਕਿ ਇੱਕ ਰੱਟਾ ਲਾ ਲਓ ਕਿ ਜਿਹੜਾ ਤੁਹਾਨੂੰ ਲੱਗੇ ਵਾਕ ਜਿਹੜੇ ਤੋਂ ਸਟਾਰਟ ਹੋ ਰਿਹਾ ਜਾਂ ਕੀ ਤੋਂ, ਜੋ ਤੋਂ, ਉਹ ਆਪਣੇ ਕੋਲ ਅਧੀਨ ਉਪਵਾਕ ਹੈ। ਬਸ ਇੰਨੀ ਚੀਜ਼ ਯਾਦ ਰੱਖ ਲਓ। ਜੇ ਤੁਹਾਨੂੰ ਪੁੱਛਿਆ ਵੀ ਜਾਵੇ ਹੁਣ ਇਹਦੇ ਵਿੱਚ ਇਹ ਚੀਜ਼ ਯਾਦ ਰੱਖ ਲਓ, ਕਨਫਿਊਜ਼ ਨਾ ਹੋਇਓ ਕਿ ਆਹ ਆਪਣੇ ਕੋਲ ਮੁੱਖ ਵਾਕ ਹੈ ਜਿਹੜੇ ਬ੍ਰੈਕਟ ਦੇ ਵਿੱਚ ਹੈਗੇ ਆ, ਅਤੇ ਇਹ ਆਪਣੇ ਕੋਲ ਕੀ ਆ, ਅਧੀਨ ਵਾਕ ਹੈ। ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ? ਤਾਂ ਕੋਈ ਬੱਚੇ ਕਨਫਿਊਜ਼ਨ ਹੋਵੇ ਤਾਂ ਫਿਰ ਵੀ ਇੱਕ ਵਾਰੀ ਦੱਸ ਦਿਓ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਲੈਕਚਰ, ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸੀ ਆਪਣਾ ਕਹਿ ਲਓ ਟੌਪਿਕ। ਤਾਂ ਅਗਲਾ ਆਪਾਂ ਟੌਪਿਕ ਕਿਹੜਾ ਕਰੀਏ, MCQ ਜਾਂ ਇਹੀ ਟੌਪਿਕ ਅਗਲਾ ਆਪਣਾ ਕੰਟੀਨਿਊ ਰੱਖੀਏ, ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀਮਤੀ ਸਮੇਂ ਦੇਣ ਵਾਸਤੇ। ਐਂ ਪਿਆਰ ਅਤੇ ਸਪੋਰਟ ਕਰਦੇ ਰਹੋ। ਬਹੁਤ ਬਹੁਤ ਧੰਨਵਾਦ।